ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਵੱਲੋਂ ਸਾਰੇ ਮੀਡੀਆ ਕਰਮੀਆਂ ਦਾ ਇੱਥੇ ਆਏ ਤੇ ਜੀ ਆਇਆਂ ਆਖਦੇ ਔਰ ਉਮੀਦ ਕਰਦੇ ਹਾਂ ਕਿ ਜਿਹੜੀ ਇਲੈਕਸ਼ਨ ਦੀ ਪ੍ਰਕਿਰਿਆ 16 ਤਰੀਕ ਤੋਂ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਅਨਾਉਂਸ ਕੀਤੇ ਗਏ ਸ਼ਡਿਊਲ ਦੇ ਹਿਸਾਬ ਨਾਲ ਸ਼ੁਰੂ ਹੋਈ ਹੈ। 16 ਤਰੀਕ ਤੋਂ ਆਚਾਰ ਸੰਹਿਤਾ ਜਿਹੜੀ ਹੈ ਮੁਹਾਲੀ ਜ਼ਿਲ੍ਹੇ ਦੇ ਵਿੱਚ ਬਾਕੀ ਦੇਸ਼ ਦੇ ਨਾਲ ਆਲਰੇਡੀ ਲਾਗੂ ਹੋ ਚੁੱਕੀ ਹੈ। ਇਸ ਦੇ ਬਾਰੇ ਅਸੀਂ ਤੁਹਾਡੇ ਰਾਹੀਂ ਪਬਲਿਕ ਨੂੰ, ਪੋਲੀਟੀਕਲ ਪਾਰਟੀਆਂ ਨੂੰ ਅਤੇ ਇਲੈਕਸ਼ਨ ਨਾਲ ਸੰਬੰਧਿਤ ਸਾਰੇ ਹੀ ਸਟੇਕ ਹੋਲਡਰਸ ਨੂੰ ਤੁਹਾਡੇ ਰਾਹੀਂ ਐਜੂਕੇਟ ਵੀ ਕਰਨਾ ਚਾਹੁੰਦੇ ਹੈ, ਅਲਰਟ ਕਰਨਾ ਚਾਹੁੰਦੇ ਹੈ, ਸੈਂਸਿਟਾਈਜ਼ ਕਰਨਾ ਚਾਹੁੰਦੇ ਹੈ ਤਾਂ ਕਿ ਇਹ ਜਨਰਲ ਇਲੈਕਸ਼ਨ 2024 ਚੰਗੀ ਤਰ੍ਹਾਂ ਸਾਡੇ ਜ਼ਿਲ੍ਹੇ ਦੇ ਵਿੱਚ ਪੂਰਾ ਕੀਤਾ ਜਾ ਸਕੇ। ਔਰ ਇਸੇ ਪ੍ਰਕਿਰਿਆ ਦੇ ਵਿੱਚ ਅੱਜ ਅਸੀਂ ਤੁਹਾਨੂੰ ਕੁਝ MCC ਬਾਰੇ ਜਿਹੜੇ ਇੰਪੋਰਟੈਂਟ ਪੁਆਇੰਟਸ ਨੇ ਜਿਹਦੇ ਬਾਰੇ ਕੱਲ੍ਹ ਅਸੀਂ ਪੋਲੀਟੀਕਲ ਪਾਰਟੀਆਂ ਨਾਲ ਵੀ ਮੀਟਿੰਗ ਕੀਤੀ ਹੈ ਔਰ ਉਸ ਦੇ ਨਾਲ ਹੀ ਕੁਝ ਬੈਂਕਸ ਨਾਲ ਮੀਟਿੰਗ ਕੀਤੀ ਹੈ ਕਿ ਕਿਵੇਂ ਕੈਸ਼ ਟ੍ਰਾਂਜੈਕਸ਼ਨਸ ਨੂੰ ਮੋਨੀਟਰ ਕਰਨਾ ਹੈ ਔਰ ਕਿਸ ਤਰ੍ਹਾਂ ਦੇ ਇਲੈਕਸ਼ਨਸ ਦੇ ਪ੍ਰਾਵਧਾਨ ਨੇ ਜਿਨ੍ਹਾਂ ਨੂੰ ਲਾਗੂ ਕਰਨਾ ਹੈ। ਅੱਜ ਅਸੀਂ ਤੁਹਾਨੂੰ MCC ਬਾਰੇ ਕੁਝ ਇੰਪੋਰਟੈਂਟ ਬੁਲੇਟ ਪੁਆਇੰਟਸ ਤੁਹਾਡੇ ਨਾਲ ਸਾਂਝੇ ਕਰਾਂਗੇ ਔਰ ਤੁਹਾਡੇ ਤੋਂ ਇਹੀ ਉਮੀਦ ਕਰਦੇ ਹਾਂ ਕਿ ਤੁਸੀਂ ਪਬਲਿਕ ਤੱਕ ਇਹ ਸਾਡੇ ਮੈਸੇਜ ਪਹੁੰਚਾਓਗੇ ਤਾਂ ਕਿ ਕਿਸੇ ਤਰ੍ਹਾਂ ਦੀ ਵਾਇਲੇਸ਼ਨ ਨੂੰ ਪ੍ਰੀਵੈਂਟ ਕੀਤਾ ਜਾ ਸਕੇ ਔਰ ਜਿੱਥੇ ਕੋਈ ਵਾਇਲੇਸ਼ਨ ਤੁਹਾਡੇ ਸਾਹਮਣੇ ਆਉਂਦੀ ਹੈ ਉਹ ਤੁਸੀਂ ਸਾਡੇ ਤੱਕ ਲੈ ਕੇ ਵੀ ਆਓਗੇ ਤਾਂ ਕਿ ਉਸ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕੇ। ਨਾਲ ਹੀ ਜਿਵੇਂ ਤੁਸੀਂ ਜਾਣਦੇ ਹੋ ਕਿ MCMC ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ ਇੱਕ ਜ਼ਿਲ੍ਹਾ ਲੈਵਲ ਤੇ ਬਣਦੀ ਹੁੰਦੀ ਹੈ ਜਿਹੜੀ ਆਲਰੇਡੀ ਮੁਹਾਲੀ ਜ਼ਿਲ੍ਹੇ ਦੇ ਵਿੱਚ ਬਣਾ ਦਿੱਤੀ ਗਈ ਹੈ ਜਿਸ ਦਾ ਮੇਨ ਰੋਲ ਸਰਟੀਫਿਕੇਸ਼ਨ ਜਿਵੇਂ ਕਿ ਕੋਈ ਵੀ ਪੋਲੀਟੀਕਲ ਐਡ ਜੇ ਤੁਹਾਡੇ ਮੀਡੀਆ ਚੈਨਲਸ ਅਖਬਾਰਾਂ ਦੇ ਰਾਹੀਂ ਕੋਈ ਪੋਲੀਟੀਕਲ ਐਡ ਪਬਲਿਕ ਨੂੰ ਜਾਂਦੀ ਹੈ ਤਾਂ ਉਹਦੀ ਪਹਿਲਾਂ ਹੀ ਸਕਰੂਟਨੀ ਜ਼ਿਲ੍ਹਾ ਪੱਧਰੀ ਕਮੇਟੀ MCMC ਕਰਦੀ ਹੈ ਔਰ ਉਹਨਾਂ ਦੇ ਸਰਟੀਫਿਕੇਸ਼ਨ ਤੋਂ ਬਾਅਦ ਹੀ ਕੋਈ ਵੀ ਮੀਡੀਆ ਚੈਨਲ ਇਲੈਕਸ਼ਨ ਕਮਿਸ਼ਨ ਦੇ ਕਾਨੂੰਨ ਦੇ ਹਿਸਾਬ ਨਾਲ ਉਹਨੂੰ ਪਬਲਿਸ਼ ਕਰ ਸਕਦਾ ਹੈ। ਔਰ ਉਸ ਦੇ ਨਾਲ ਹੀ MCMC ਦਾ ਰੋਲ ਹੁੰਦਾ ਹੈ ਕੋਈ ਵੀ ਪੇਡ ਨਿਊਜ਼ ਜਿਵੇਂ ਕੋਈ ਨਿਊਜ਼ ਜਿਸ ਦੇ ਅਗੇਂਸਟ ਕੋਈ ਵੀ ਕੰਸੀਡਰੇਸ਼ਨ ਦਿੱਤੀ ਗਈ ਹੈ ਜੇ ਕੋਈ ਵੀ ਪੇਡ ਨਿਊਜ਼ ਕਿਤੇ ਵੀ ਪਬਲਿਸ਼ ਹੁੰਦੀ ਹੈ ਤਾਂ ਉਹਦੇ ਉੱਤੇ ਵੀ ਕਾਰਵਾਈ MCMC ਵੱਲੋਂ ਕੀਤੀ ਜਾਂਦੀ ਹੈ। ਉਹਦੇ ਬਾਰੇ ਵੀ ਅਸੀਂ ਤੁਹਾਨੂੰ ਜਿਹੜੇ ਮੇਨ ਪ੍ਰਾਵਧਾਨ ਨੇ ਤੁਹਾਨੂੰ ਅਲਰਟ ਕਰਨਾ ਚਾਹੁੰਦੇ ਨੇ ਤੇ ਆਈ ਥਿੰਕ ਯੂ ਕੈਨ ਸਟਾਰਟ ਵਿਦ ਦ PPT। You want to take? Media person, this is sir, this is ma'am, SSP sir, all ADCs. This meeting has been called to make aware all media personnel about the media related matter, paid news and some direction which have been issued to printing presses to be complied with. तो सबसे पहला इसमें आता है कि सर्टिफिकेशन ऑफ एडवर्टाइजमेंट। इट इज़ अ क्लियरेंस ऑफ एडवर्टाइजमेंट, प्री क्लियरेंस ऑफ एडवर्टाइजमेंट that has to be done through district level MCMC committee and it is applied to social media, print media and all electronic media, all types of electronic media. This committee will consist of a returning officer of parliamentary constituency, ARO not below the rank of the SDM and one intermediary and social media expert. Next slide please. There is also a state level committee headed by additional or joint CEO and another state level appellate committee headed by CEO sir. All the appeal against the orders of state level media committee or district level committee will be heard by the state level appellate committee. Next slide. So there are some duties of MCMC. They will scan the whole political advertisement on electronic media, print media. They will also monitor this advertisement from the angle of expenditure monitoring, which has to be counted on the account of political party or the candidate. अगर इसकी कुछ वायलेशन होती है
Then there are certain legal provision under IPC, such like under section 171H of the IPC, the DO or ECI can take action against the violators. There are provision under Representation of People's Act 1951 under section 127A for violation of the some directions given by the ECI, Honorable Commission, Election Commission, जो ब्रॉडकास्ट होलसम ब्रॉडकास्ट होना है, SMS वॉइस मैसेजेस थ्रू टेलीफोन्स, वो भी इसके अंदर कवर होते हैं. एंड उस पर कोई ऑब्जेक्शनेबल मैटर ना आए, ये भी देखना एमसीएमसी कमेटी का रोल होता है. एमसीएमसी कमेटी को अगर लगता है कि पर्टिकुलर एडवर्टाइजमेंट इज नॉट फॉलिंग विद इन द एम्बिट प्रोवाइड बाय द ECI, देन इट हैज़ अ राइट टू रिफ्यूज दोज एडवर्टाइजमेंट. इसके जो एमसीएमसी की जो डिसीजंस होंगे, इनके अगेंस्ट वो स्टेट लेवल कमेटी, अपीलेट कमेटी को अपील कर सकता है. इस कमेटी में एक सोशल मीडिया एक्सपर्ट भी है, जैसे मैंने पहले बताया. ही विल असिस्ट दी एमसीएमसी कमेटी इन द मैटर रिलेटेड टू दी सोशल मीडिया. ही विल स्कैन ऑल सोशल मीडिया प्लेटफॉर्म्स फॉर दी सस्पेक्टेड केसेस ऑफ पेड न्यूज़ और एनी अदर वायलेशंस. And daily report will be submitted by that social media expert to the accounting team, which have been made at the PC level, ARO level. Next slide. Then there are some directions regarding paid news. The paid news आप देख सकते हैं कि define as any news article which is published in print media, social media, फिर electronic media for any kind of consideration in cash or kind. So इस paid news election process नो थोड़ा मिसलीड कर पब्लिक को मिसलीड हो सकती है, अनड्यू इन्फ्लुएंस हो सकता है. इस अफेक्ट नो रोकन लई ECI has given certain directions to have level playing field for all the candidates. District level and state level MCMC committee will monitor all suspected cases for paid news on all media platforms. There are some criteria to judge paid news, जैसे कि अगर आइडेंटिकल आर्टिकल्स विथ फोटोग्राफ्स एंड हेडलाइंस आर अपियरिंग इन डिफरेंट न्यूज़पेपर्स, चैनल्स, न्यूज़ चैनल्स विदाउट एनी ऑथर और कौन इसको पब्लिश कर रहा है उसका नाम दिए बिना, या फिर विद डिफरेंट ऑथर्स, सेम आर्टिकल सेम कंटेंट, देन इट विल बी कंसिडर्ड एज अ पेड न्यूज़. सिमिलरली अगर किसी न्यूज़पेपर में, किसी इलेक्ट्रॉनिक मीडिया में एक ही कैंडिडेट का प्रेस किया जा रहा है, उसके ही चर्चे किए जा रहे हैं, देन दैट विल बी आल्सो कंसिडर्ड एज अ पेड न्यूज़. एक्चुअली फाइनल डिसीजन विल बी टेकन बाय एमसीएमसी, बट दीज आर सम ऑफ द ब्रॉड गाइडलाइंस on which the paid news will be decided. Whether the article is paid news or not, it will be decided. अगर कोई कुछ बड़ा इवेंट होता है, उसमें एक ही कैंडिडेट की शॉर्ट क्लिपिंग दिखाई जाती है, वही फोकस रखा जाता है, होल कवरेज को, होल इवेंट को कंसिडर कवर नहीं किया जाता है, दैट विल ऑल्सो बी कंसिडर्ड एज अ पेड न्यूज़. दिस पेड न्यूज़ विल बी टेकन इनटू अकाउंट फ्रॉम द डेट ऑफ द नॉमिनेशन ऑफ कैंडिडेट. जब वो नॉमिनेशन भरेगा उस डेट से उसका अकाउंटिंग स्टार्ट हो जाएगा. नेक्स्ट, जैसे मैंने पहले ही बताया कि सेक्शन 127A ऑफ द रिप्रेजेंटेशन ऑफ पीपल्स एक्ट 1951 में इसके लिए ब्रॉड डायरेक्शंस दिए गए हैं रिगार्डिंग प्रिंटिंग मटेरियल्स एंड ऑल. इसमें जो प्रिंटिंग प्रेसेस के लिए जो डायरेक्शंस है, उसमें बताया गया है कि अगर कोई भी पर्सन, कोई भी प्रिंटिंग प्रेस कोई मटेरियल प्रिंट करती है इलेक्शन रिलेटेड, तो उसमें प्रिंट पब्लिशर्स एंड प्रिंटर्स का नेम, एड्रेस, number of copies, all the details should be mentioned. And before printing, one copy should be submitted to the district magistrate. And अगर वो constituency capital में है तो एक one copy will go to the CEO office. Next slide. The hoarding and flex board will also be considered as a printing material as per section 127A.
अगर इस प्रोविजंस को कोई वायलेट करता है तो देर आर प्रोविजंस ऑफ पनिशमेंट अप टू 6 month और फाइन ऑफ 2000 रुपीज़ और बोथ. So these are the broad guidelines, ma'am. ਸਾਡੇ ਜ਼ਿਲ੍ਹਾ ਜਿਹੜਾ ਮੋਹਾਲੀ ਹੈਗਾ ਉਹਦੇ ਵਿੱਚ ਵੀ ਅਸੀਂ ਐਡਮਿਨਿਸਟ੍ਰੇਸ਼ਨ ਵੱਲੋਂ ਫ੍ਰੀ ਐਂਡ ਫੇਅਰ ਇਲੈਕਸ਼ਨਸ ਕਰਵਾਉਣ ਲਈ ਟੀਮਸ ਜਿਹੜੀਆਂ ਹੈਗੀਆਂ ਬਣਾਈਆਂ ਗਿਆ ਐਸ ਪਰ ਦ ਡਾਇਰੈਕਸ਼ਨਸ ਆਫ ECI. ਉਸ ਦੇ ਲਈ ਇੱਕ ਮਾਡਲ ਕੋਡ ਆਫ ਕੰਡਕਟ ਦੇ ਲਈ ਨੋਡਲ ਆਫਿਸਰ ਬਤੌਰ ADC ਦੀ ਮੈਨੂੰ ਲਗਾਇਆ ਗਿਆ ਹੈ. ਇਹਦੇ ਵਿੱਚ ਮੋਟਾ ਤੁਹਾਨੂੰ ਮੋਹਾਲੀ ਜ਼ਿਲ੍ਹੇ ਬਾਰੇ ਦੱਸਦੇ ਹੋਏ ਇਹਦੇ ਵਿੱਚ ਪਾਰਲੀਮੈਂਟਰੀ ਕਨਸਟੀਟੂਐਂਸੀ ਅਨੰਦਪੁਰ ਸਾਹਿਬ ਤੇ ਪਟਿਆਲਾ ਦੋਨੋਂ ਕਨਸਟੀਟੂਐਂਸੀਜ਼ ਹੈਗੀਆਂ ਜਿਸ ਦੇ ਵਿੱਚ ਪੂਰੀ ਜਿਹੜੀ ਸਟੇਟ ਅਸੈਂਬਲੀਜ਼ ਹੈਗੀਆਂ ਨੇ 52 ਖਰੜ 53 SAS ਨਗਰ ਐਂਡ 112 ਡੇਰਾਬੱਸੀ ਫਾਲ ਕਰਦੀਆਂ ਨੇ. ਨੈਕਸਟ ਇਹਨਾਂ ਮੋਟੇ ਡੈਮੋਗ੍ਰਾਫਿਕਸ ਲਿਖੇ ਹੋਏ ਹੈ ਕਿ ਮੇਲ ਤੇ ਫੀਮੇਲ ਵੋਟਰਸ ਤਿੰਨੋਂ ਕਨਸਟੀਟੂਐਂਸੀ 'ਚ ਕਿੰਨੇ ਹੈਗੇ ਨੇ. ਜਿਵੇਂ ਕਿ ਖਰੜ 'ਚ 2,74,000 ਵੋਟਰਸ ਹੈਗੇ ਨੇ. ਸਿਮਿਲਰਲੀ ਮੋਹਾਲੀ ਤੇ ਡੇਰਾਬੱਸੀ ਦਾ ਟੋਟਲ ਜਿਹੜਾ ਹੈਗਾ ਡਿਸਟ੍ਰਿਕਟ ਦਾ ਦਿੱਤਾ ਗਿਆ ਹੈਗਾ. ਨੈਕਸਟ ਮੂਵਿੰਗ अपने डिस्ट्रिक्ट लैवल ਤੇ ਜਿਹੜੀਆਂ ਟੀਮਸ ਬਣਾਈਆਂ ਗਈਆਂ ਹੈਗੀਆਂ ਇੱਕ ਐਕਸਪੈਂਡੀਚਰ ਮੋਨੀਟਰਿੰਗ ਟੀਮ ਬਣਾਈ ਗਈ ਹੈ ਜਿਸ ਦੇ ਵਿੱਚ ਜਿਵੇਂ ਕਿ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰ ਪਾਰਲੀਮੈਂਟਰੀ ਕਨਸਟੀਟੂਐਂਸੀ ਦਾ ਜਿਹੜਾ ਖਰਚਾ ਹੁੰਦਾ ਹੈਗਾ ਇੱਕ PC ਦੇ ਲਈ 95 ਲੱਖ ਪਰ ਕੈਂਡੀਡੇਟ ਹੁੰਦਾ ਹੈ. ਸੋ ਉਸ ਨੂੰ ਮੋਨੀਟਰ ਕਰਨ ਲਈ ਕਿ ਐਕਸਪੈਂਡੀਚਰ ਜਿਹੜੀ ਹੈਗੀ ਹੈ ਕੈਂਡੀਡੇਟ ਵੱਲੋਂ ਕਿੰਨਾ ਕੀਤਾ ਜਾ ਰਿਹਾ ਹੈ. ਸੋ ਉਸ ਦੇ ਲਈ ਇੱਕ ਨੋਡਲ ਆਫਿਸਰ ਲਗਾਏ ਗਏ ਜਿਹੜੇ ਕਿ ADC UD ਹੈਗੇ ਨੇ. ਇਸ ਦੇ ਰਿਗਾਰਡਿੰਗ LDM ਜਿਹੜੇ ਹੈਗੇ ਉਹਨਾਂ ਨੂੰ ਵੀ ਨੋਡਲ ਆਫਿਸਰ ਨਾਲ ਨਿਯੁਕਤ ਕੀਤਾ ਗਿਆ ਹੈ ਤਾਂ ਕਿ ਬੈਂਕਸ ਔਰ ਜਿਹੜੇ ਬਾਕੀ ਡੇਲੀ ਰਿਪੋਰਟਸ ਰਿਸੀਵ ਹੁੰਦੀਆਂ ਨੇ ਉਹ ਵੀ ਇਹਨਾਂ ਦੇ ਵੱਲੋਂ ਐਕਸਪੈਂਡੀਚਰ ਮੋਨੀਟਰਿੰਗ ਟੀਮ ਵੱਲੋਂ ਦੇਖੀਆਂ ਜਾਣਗੀਆਂ. ਉਸ ਦੇ ਵਿੱਚ ਕੋਈ ਵੀ ਸਸਪੀਸ਼ੀਅਸ ਐਕਟੀਵਿਟੀ ਅਗਰ ਲੱਗਦੀ ਹੈਗੀ ਹੈ ਕੁਝ 1 ਲੱਖ ਤੋਂ ਉੱਪਰ ਦੀਆਂ ਟ੍ਰਾਂਜੈਕਸ਼ਨਸ ਜਿਹੜੀਆਂ ਪਹਿਲਾਂ ਨਹੀਂ ਹੋ ਰਹੀਆਂ ਸੀਗੀਆਂ ਇਹੋ ਜਿਹੇ ਕੋਈ ਮੇਜਰ ਵਿਡਰੋਲਸ ਵਗੈਰਾ ਹੁੰਦੇ ਸੋ ਉਹ ਸਾਰੀ ਟੀਮਸ ਨੂੰ ਜਿਹੜੀ ਹੈਗੀ ਰਿਪੋਰਟਿੰਗ ਕੀਤੀ ਜਾਏਗੀ. ਦੈਨ ਇਲੈਕਟੋਰਲ ਬੈਲਟ ਪੇਪਰ ਟੀਮ ਹੈਗੀ ਹੈ ਜਿਹੜੀ ਕਿ ਜਿੰਨੇ ਵੀ ਆਪਣੇ ਬੈਲਟ ਪੇਪਰਸ ਦਾ ਕੰਮ ਹੋਏਗਾ ਪਬਲਿਸ਼ਿੰਗ ਦਾ ਡਿਸਪੈਚ ਦਾ ਉਹਦੇ ਲਈ ਲਗਾਈ ਗਈ ਹੈ. ਇੱਕ ਕੰਪਲੇਂਟ ਸੈੱਲ ਗ੍ਰੀਵੈਂਸ ਸੈੱਲ ਜਿਹੜਾ ਹੈਗਾ ਇੱਥੇ ਡਿਸਟ੍ਰਿਕਟ ਲੈਵਲ ਤੇ ਬਣਾਇਆ ਗਿਆ ਹੈ. ਉਸ ਦੇ ਵਿੱਚ 24/7 ਇਹ ਜਿਹੜਾ ਸੈੱਲ ਆਪਰੇਟ ਕਰ ਰਿਹਾ ਹੈਗਾ. ਇਸ ਦੇ ਵਿੱਚ ਜਿਵੇਂ ਕਿ ਇਲੈਕਸ਼ਨ ਕਮਿਸ਼ਨ ਨੇ ਦੱਸਿਆ ਹੈ ਇੱਕ 1950 ਵੋਟਰ ਹੈਲਪਲਾਈਨ ਹੈਗੀ ਹੈ ਜਿਸ ਦੇ ਵਿੱਚ ਕੋਈ ਵੀ ਵੋਟਰ ਜਿਹੜਾ ਹੈਗਾ ਜਾਂ ਕੋਈ ਵੀ ਪਰਸਨ ਆਪਣੀ ਕੰਪਲੇਂਟ ਰਜਿਸਟਰ ਕਰ ਸਕਦਾ ਹੈ. ਉਸ ਦੀ ਮੋਨੀਟਰਿੰਗ ਚੱਲਦੀ ਹੈ. ਉਹਨੂੰ ਇੱਕ ਪੋਰਟਲ ਹੈਗਾ NVSP ਉਸ ਦੇ ਵਿੱਚ ਵੀ ਅਸੀਂ ਕੰਪਲੇਂਟ ਜਿਹੜੀਆਂ ਰਜਿਸਟਰ ਕਰਕੇ ਉਹਨਾਂ ਨੂੰ ਟਾਈਮਲੀ ਜਿਹੜਾ ਹੱਲ ਕੀਤਾ ਜਾਂਦਾ ਹੈ. ਉਸ ਦੇ ਨਾਲ ਹੀ ਕੰਪਲੇਂਟ ਸੈੱਲ ਦੀ ਈਮੇਲ ID ਹੈ ਜੋ ਤੁਹਾਡੇ ਸਾਹਮਣੇ ਸਕਰੀਨ ਤੇ ਫਲੈਸ਼ ਕੀਤੀ ਗਈ ਹੈਗੀ ਹੈ. ਜਿਹੜਾ C-Vigil ਆਪਣਾ ਕੰਟਰੋਲ ਰੂਮ ਹੈਗਾ ਉਸ ਦੇ ਵਿੱਚ 100 ਮਿੰਟ ਦੇ ਅੰਦਰ ਅਸੀਂ ਜਿਹੜਾ ਕੰਪਲੇਂਟਸ ਹੈਗੇ ਉਹਦਾ ਹੱਲ ਕਰਨਾ ਹੁੰਦਾ ਹੈ. ਸੋ ਹਰ ਇੱਕ ਅਸੈਂਬਲੀ ਕਨਸਟੀਟੂਐਂਸੀ ਵਿੱਚ ਫਲਾਈਂਗ ਸਕੁਐਡ ਟੀਮਸ ਜਿਹੜੀਆਂ ਲਗਾਈਆਂ ਗਈਆਂ ਜਿਨ੍ਹਾਂ ਨੂੰ ਅਸੀਂ ਇਮੀਡੀਏਟਲੀ ਜਦੋਂ ਸਾਡੇ ਕੋਲ ਕੰਪਲੇਂਟ ਆਉਂਦੀ ਹੈ ਤੇ 5 ਮਿੰਟ ਦੇ ਅੰਦਰ ਅਸੀਂ ਉਹ ਕੰਪਲੇਂਟ ਉਹ ਟੀਮ ਨੂੰ ਮਾਰਕ ਕਰ ਦਿੰਦੇ ਹਾਂ ਤੇ ਉਹਨਾਂ ਵੱਲੋਂ ਜਿਹੜਾ ਉੱਥੇ ਇਮੀਡੀਏਟਲੀ ਮੌਕੇ ਤੇ ਪਹੁੰਚ ਕੇ ਜੋ ਵੀ ਐਕਸ਼ਨ ਲੈਣਾ ਹੁੰਦਾ ਹੈ ਉਹ ਕਰਨ ਦੇ ਉਪਰੰਤ ਜਿਹੜਾ ਹੈਗਾ ਰਿਟਰਨਿੰਗ ਆਫਿਸਰ ਨੂੰ ਅਸਿਸਟੈਂਟ ਰਿਟਰਨਿੰਗ ਆਫਿਸਰ ਨੂੰ ਭੇਜਿਆ ਜਾਂਦਾ ਹੈ. ਸੋ ਇਸ ਤਰੀਕੇ ਨਾਲ ਸਾਡੇ ਕੋਲ 9 ਫਲਾਈਂਗ ਸਕੁਐਡ ਟੀਮਸ ਜਿਹੜੀਆਂ ਹੈਗੀਆਂ ਮੋਹਾਲੀ ਜ਼ਿਲ੍ਹੇ ਵਿੱਚ ਕੰਮ ਕਰ ਰਹੀਆਂ ਹੈਗੀਆਂ. ਸੋ ਹਰ ਇੱਕ ਜਿਹੜੀ ਅਸੈਂਬਲੀ ਕਨਸਟੀਟੂਐਂਸੀ ਉਹਦੇ ਵਿੱਚ 3 ਫਲਾਈਂਗ ਸਕੁਐਡ ਟੀਮਸ 24 ਘੰਟੇ ਦੇ ਵਿੱਚ ਕੰਮ ਕਰ ਰਹੀਆਂ. ਸੋ ਜਿਹੜੀਆਂ ਜਿਵੇਂ ਹਜੇ ਤੱਕ ਦਾ ਸਟੇਟਸ ਹੈ ਜਿਹੜੀਆਂ ਸਾਡੇ ਕੋਲ ਕੰਪਲੇਂਟਸ ਆ ਰਹੀਆਂ ਉਹ ਵਿਦਿਨ ਟਾਈਮਲਾਈਨ ਅਸੀਂ ਜਿਹੜਾ ਹੈਗਾ 100 ਮਿੰਟਸ ਦੇ ਘੱਟ ਦੇ ਵਿੱਚ ਅਸੀਂ ਉਹਨਾਂ ਨੂੰ ਰਿਜ਼ੋਲਵ ਕਰ ਰਹੇ ਹੈਗੇ. ਉਸ ਤੋਂ ਬਾਅਦ ਪਰਮਿਸ਼ਨਸ ਦੇ ਲਈ ਸਾਡੀਆਂ ਟੀਮਸ ਜਿਹੜੀਆਂ ਹੈਗੀਆਂ ਬਣੀਆਂ ਹੋਈਆਂ. ਅਗਰ ਕਿਸੇ ਨੇ ਕੋਈ ਵੀ ਲਾਊਡ ਸਪੀਕਰ ਜਾਂ ਕਿਸੇ ਵੀ ਹੋਰ ਤਰੀਕੇ ਦੀ ਪਾਰਟੀ ਵੱਲੋਂ ਕੈਂਡੀਡੇਟਸ ਵੱਲੋਂ ਜਿਹੜੀ ਪਰਮਿਸ਼ਨ ਲੈਣੀ ਹੈ ਤਾਂ ਇੱਕ ਸੁਵਿਧਾ ਪੋਰਟਲ ਦੇ ਥਰੂ ਅਪਲਾਈ ਕਰ ਸਕਦੇ ਤੇ ਉਹ ਟੀਮਸ ਲੱਗੀਆਂ ਹੋਈਆਂ. ਪਿਛਲੀ ਸਲਾਈਡ ਇਸ ਦੇ ਵਿੱਚ ਕਾਫੀ ਡਿਫਰੈਂਟ ਜਿਹੜੇ ਐਸਪੈਕਟਸ ਹੈਗੇ ਜਿਵੇਂ ਮੈਨ ਪਾਵਰ ਮੈਨੇਜਮੈਂਟ ਟ੍ਰੇਨਿੰਗ ਮੈਨੇਜਮੈਂਟ ਇਹ ਵੱਖ ਸਵੀਪ ਇਲੈਕਸ਼ਨਸ ਦੇ ਲਈ ਸਾਰੇ ਵੋਟਰਸ ਨੂੰ ਰਜਿਸਟਰ ਕਰਨ ਲਈ ਇਸ ਤਰੀਕੇ ਨਾਲ ਕਾਫੀ ਟੀਮਸ ਬਣਾਈਆਂ ਹੋਈਆਂ ਤੇ ਉਹਨਾਂ ਦੇ ਨੋਡਲ ਆਫਿਸਰਸ ਦਾ ਜਿਹੜਾ ਹੈਗਾ ਵੇਰਵਾ ਇੱਥੇ ਦਿੱਤਾ ਗਿਆ ਹੈ. ਨੈਕਸਟ ਪੁਲਿਸ ਵੱਲੋਂ ਵੀ ਜਿਹੜੇ ਹੈਗੇ ਚੈੱਕ ਪੁਆਇੰਟਸ ਵਗੈਰਾ ਲਗਾਏ ਗਏ ਹੈਗੇ ਤਾਂ